ਵੈਲਕਮ ਟੂ 120/80 ਇਹ ਪੋਡਕਾਸਟ ਬਾਏ ਡਾਕਟਰ ਨੀਰਜ ਭੱਟੀ। ਪਿਛਲੇ ਕੁਝ ਐਪੀਸੋਡਸ ਦੇ ਵਿੱਚ ਅਸੀਂ ਗੱਲ ਕੀਤੀ ਕਿ ਕਿਵੇਂ ਇਨਸੂਲਿਨ ਰਿਲੀਜ਼ ਹੁੰਦਾ ਹੈ, ਕਿਵੇਂ ਹਾਈ ਫੈਟ ਡਾਈਟ, ਲੋ ਕਾਰਬ ਡਾਈਟ ਸਾਡੀ ਸਿਹਤ ਲਈ ਫਾਇਦੇਮੰਦ ਹੋ ਸਕਦੀ ਹੈ, ਵੇਟ ਲਾਸ ਕਰਨ ਦੇ ਵਿੱਚ ਮਦਦ ਕਰ ਸਕਦੀ ਹੈ, ਟਾਈਪ 2 ਡਾਇਬਟੀਜ਼ ਨੂੰ ਕੰਟਰੋਲ ਕਰਨ ਦੇ ਵਿੱਚ ਜਾਂ ਰਿਵਰਸ ਕਰਨ ਦੇ ਵਿੱਚ ਮਦਦ ਕਰ ਸਕਦੀ ਹੈ। ਕੁਝ ਇੱਕ ਪੇਸ਼ੈਂਟਸ ਨੇ ਮੈਨੂੰ ਫੋਨ ਕਰਕੇ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਸਿੱਧਾ ਕਿਉਂ ਨਹੀਂ ਦੱਸਦੇ ਕਿ ਫਲਾਨੀ ਚੀਜ਼ ਖਾਓ, ਜਿਸ ਤਰ੍ਹਾਂ ਕਿ ਬਾਕੀ ਵੀ ਡਾਈਟਰੀ ਸੁਜੈਸ਼ਨਸ ਦਿੰਦੇ ਨੇ ਕਿ ਤੁਸੀਂ ਆਹ ਖਾ ਸਕਦੇ ਆ, ਤੁਸੀਂ ਫਲਾਨਾ ਫਰੂਟ ਖਾ ਸਕਦੇ ਆ, ਤੁਸੀਂ ਗੋਭੀ ਖਾ ਸਕਦੇ ਆ। ਸੋ ਮੇਰੀ ਇਸ ਸੰਬੰਧ ਵਿੱਚ ਸੁਜੈਸ਼ਨ ਇਹ ਆ ਕਿ ਕਿਉਂ ਨਾ ਇੰਟਰਨੈੱਟ ਦਾ, ਕਿਉਂ ਨਾ ਗੂਗਲ ਸਰਚ ਦਾ ਸਹੀ ਇਸਤੇਮਾਲ ਕੀਤਾ ਜਾਏ। ਜਦ ਵੀ ਤੁਸੀਂ ਕੋਈ ਚੀਜ਼ ਖਾਂਦੇ ਹੋ, ਕੰਜ਼ਿਊਮ ਕਰਦੇ ਹੋ, ਉਸ ਵੇਲੇ ਤੁਸੀਂ ਸਰਚ ਕਰੋ ਕਿ ਇਹਦੇ ਵਿੱਚ ਕਾਰਬੋਹਾਈਡਰੇਟਸ ਕਿੰਨੇ ਨੇ। ਮੈਂ ਗੱਲ ਕੀਤੀ ਕਿ ਇਨਸੂਲਿਨ ਦੀ ਸਪਾਈਕ, ਇੱਕ ਦੋ ਮਿਥਸ ਨੇ ਜਿਨ੍ਹਾਂ ਨੂੰ ਮੈਂ ਬੜਾ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਉਹ ਮਿਥਸ ਕੀ ਨੇ। ਜਿਸ ਤਰ੍ਹਾਂ ਕਿ ਡਾਈਟਰੀ ਫੈਕਟਰਸ ਦੇ ਵਿੱਚ ਜਦੋਂ ਮੈਂ ਮਿੱਠਾ ਬੰਦ ਕਰਨ ਨੂੰ ਕਹਿੰਦਾ, ਲਾਸਟ ਵਿੱਚ ਮੈਂ ਇਹ ਕਿਹਾ ਸੀ ਕਿ ਦੋ ਚੀਜ਼ਾਂ ਨੂੰ ਟੋਟਲੀ ਅੱਜ ਤੋਂ ਹੀ ਬੰਦ ਕਰ ਦੇ। ਬੇਸ਼ੱਕ ਬੰਦਾ ਡਾਇਬਟਿਕ ਆ, ਬੇਸ਼ੱਕ ਬੰਦਾ ਬਲੱਡ ਪ੍ਰੈਸ਼ਰ ਨਾਲ ਗ੍ਰਸਤ ਹੈ ਜਾਂ ਨਾਰਮਲ ਵਿਅਕਤੀ ਹੈ, ਬੇਸ਼ੱਕ ਉਹ ਮੋਟਾ ਆ, ਬੇਸ਼ੱਕ ਉਹ ਨਾਰਮਲ ਬਾਡੀ ਵੇਟ ਦੇ ਵਿੱਚ ਆ। ਦੋ ਚੀਜ਼ਾਂ ਲਾਜ਼ਮੀ ਤੌਰ 'ਤੇ ਬੰਦ ਕਰ ਦੇਣੀਆਂ ਚਾਹੀਦੀਆਂ, ਇੱਕ ਮਿੱਠਾ, ਇੱਕ ਮੈਦਾ। ਇਹ ਦੋ ਚੀਜ਼ਾਂ ਬਿਲਕੁਲ ਸਟ੍ਰਿਕਟਲੀ ਬੰਦ ਕਰ ਦੇਣੀਆਂ ਚਾਹੀਦੀਆਂ ਨੇ। ਇਹ ਜ਼ਹਿਰ ਦੇ ਹੀ ਦੋ ਰੂਪ ਨੇ। ਪਰ ਕੁਝ ਇੱਕ ਫਿਟਨੈਸ ਫਰੀਕਸ ਜਿਹੜੇ ਨੇ ਉਹ ਇਹ ਗੱਲ ਕਰਦੇ ਨੇ ਕਿ ਮਿੱਠਾ ਬੰਦ ਕਰਕੇ, ਯਾਨੀ ਕਿ ਉਹ ਮਿੱਠਾ ਸਿਰਫ ਰਿਫਾਈਨਡ ਸ਼ੂਗਰ ਨੂੰ ਹੀ ਮੰਨਦੇ ਨੇ, ਜਿਸ ਤਰ੍ਹਾਂ ਕਿ ਚਿੱਟੀ ਖੰਡ ਜਿਹਨੂੰ ਕਹਿੰਦੇ ਉਹ ਕਈ ਵਾਰੀ ਆਪਟ ਕਰਦੇ ਨੇ ਕਿ ਅਸੀਂ ਬਰਾਊਨ ਸ਼ੂਗਰ ਖਾਈਏ, ਕਿ ਅਸੀਂ ਮਿੱਠਾ ਬੰਦ ਕਰਕੇ ਅਸੀਂ ਗੁੜ ਪਾ ਲਈਏ ਵਿੱਚ ਚਾਹ ਦੇ ਜਾਂ ਕੁਝ ਇਸ ਤਰ੍ਹਾਂ ਦੇ ਚੀਜ਼ਾਂ ਪਾ ਲਈਏ ਕਿ ਉਹ ਮਿੱਠੀਆਂ ਤਾਂ ਹੋਣ ਬਟ ਉਹ ਰਿਫਾਈਨਡ ਸ਼ੂਗਰ ਨਾ ਹੋਏ। ਇਸੇ ਤਰ੍ਹਾਂ ਕਈ ਵਾਰ ਕਈ ਪੇਸ਼ੈਂਟਸ ਜਿਹੜੇ ਕਿ ਡਾਇਬਟਿਕ ਵੀ ਹੁੰਦੇ ਨੇ, ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਉਹ ਕਹਿੰਦੇ ਨੇ ਕਿ ਅਸੀਂ ਇੱਕ ਅੰਬ ਖਾ ਲਿਆ, ਅੰਬ ਤਾਂ ਬਹੁਤ ਸਿਹਤਮੰਦ ਹੈ, ਕੇਲੇ ਤਾਂ ਬਹੁਤ ਸਿਹਤਮੰਦ ਹਨ, ਸੰਤਰੇ, ਸੇਬ, ਅਸੀਂ ਇਹਨਾਂ ਨੂੰ ਅੱਜ ਤੱਕ ਸਿਹਤਮੰਦ ਹੀ ਮੰਨਦੇ ਆ ਰਹੇ ਹਾਂ। ਪਰ ਇਨਫੈਕਟ ਇਹ ਚੀਜ਼ਾਂ ਮੇਰੀ ਰਾਏ ਦੇ ਵਿੱਚ ਪੁੱਛਣਾ ਚਾਹੁੰਦਾ ਹੋ ਤਾਂ ਸਿਰਫ ਛੋਟੇ ਬੱਚਿਆਂ ਨੂੰ ਹੀ ਜਾਂ ਜਿਹੜੇ ਕਿ ਟੀਨੇਜਰਸ ਨੇ ਉਹਨਾਂ ਨੂੰ ਹੀ ਮੈਂ ਰਿਕਮੈਂਡ ਕਰ ਸਕਦਾ। ਅਦਰਵਾਈਜ਼ ਜਿਹੜੇ ਫਰੂਟਸ ਨੇ ਉਹਨਾਂ ਦੇ ਵਿੱਚ ਟੇਸਟ ਹੁੰਦਾ ਹੈ ਵਧੀਆ, ਤੇ ਬਾਕੀ ਜੋ ਤੱਤ ਸਾਨੂੰ ਫਰੂਟਸ ਦੇ ਵਿੱਚੋਂ ਮਿਲਦੇ ਨੇ ਉਹ ਸਾਰੇ ਤੱਤ ਸਾਨੂੰ ਸਬਜ਼ੀਆਂ ਦੇ ਵਿੱਚੋਂ ਵੀ ਮਿਲ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਕਾਰਬੋਹਾਈਡਰੇਟਸ ਲੋ ਹੁੰਦੇ ਨੇ। ਗੱਲ ਅਸੀਂ ਫਲਾਂ ਬਾਰੇ ਕਰ ਰਹੇ ਹਾਂ ਕਿ ਫਲ ਜਿਨ੍ਹਾਂ ਨੂੰ ਕਿ ਅਸੀਂ ਅੱਜ ਤੱਕ ਬਹੁਤ ਜ਼ਿਆਦਾ ਸਿਹਤਮੰਦ ਮੰਨਦੇ ਆ ਰਹੇ ਹਾਂ, ਕੀ ਉਹ ਵਾਕਈ ਉਹਨੇ ਸਿਹਤਮੰਦ ਨੇ? ਅਸੀਂ ਬੜੇ ਮੇਜਰ ਤੌਰ 'ਤੇ ਇਸ ਵੇਲੇ ਮਿੱਠੇ ਨਾਲ ਸੰਬੰਧ ਦੇ ਵਿੱਚ ਗੱਲ ਕਰ ਰਹੇ ਹਾਂ ਕਿ ਮਿੱਠਾ ਕਿਵੇਂ ਸਾਡੇ ਮੋਟੇ ਹੋਣ ਦੇ ਵਿੱਚ ਮਦਦ ਕਰਦਾ ਹੈ। ਮਦਦ ਯਾਨੀ ਕਿ ਇੱਕ ਗੁਣ ਵੀ ਹੈ, ਕਿਉਂਕਿ ਕੁਦਰਤ ਨੇ, ਮੈਂ ਪਿਛਲੀ ਵਾਰੀ ਵੀ ਗੱਲ ਕਰਦਾ ਰਿਹਾ ਹਮੇਸ਼ਾ ਕਿ ਕੁਝ ਵੀ ਮਾੜਾ ਨਹੀਂ ਹੁੰਦਾ, ਪਰ ਸਾਡੇ ਲਾਈਫ ਸਟਾਈਲ ਦੇ ਨਾਲ ਡਾਈਟਰੀ ਫੈਕਟਰਸ ਜਿਹੜੇ ਆ ਉਹ ਮੈਚ ਕਰਨੇ ਚਾਹੀਦੇ, ਬਹੁਤ ਜ਼ਰੂਰੀ ਹੈ। ਹੁਣ ਫਲ ਬਹੁਤ ਚੰਗੀ ਚੀਜ਼ ਹੈ, ਪਰ ਜੇ ਅਸੀਂ ਪੁਰਾਣੇ ਜ਼ਮਾਨਿਆਂ ਦੀ ਗੱਲ ਕਰੀਏ, ਜਦੋਂ ਬੰਦਾ ਵਿਕਸਿਤ ਹੋ ਰਿਹਾ ਸੀ, ਕ੍ਰਮਿਕ ਵਿਕਾਸ ਹੋ ਰਿਹਾ ਸੀ, ਤੇ ਉਸ ਵੇਲੇ ਫਾਸਟਿੰਗ ਤੇ ਫੀਸਟਿੰਗ ਦਾ ਟਾਈਮ ਸੀ। ਫਾਸਟਿੰਗ ਯਾਨੀ ਕਿ ਕੁਝ ਚਿਰ ਤੱਕ ਬੰਦਾ ਭੁੱਖਾ ਵੀ ਰਹਿ ਲੈਂਦਾ ਸੀ, ਪਰ ਹੁਣ ਸਾਡੇ ਕੋਲ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਮਾਤਰਾ ਵਿੱਚ ਉਪਲਬਧ ਨੇ। ਫਲਾਂ ਦਾ ਸੀਜ਼ਨ ਨਾ ਵੀ ਹੋਵੇ ਤਾਂ ਅਸੀਂ ਸਟੋਰ ਕੀਤੇ ਹੋਏ ਫਲ ਖਾਂਦੇ ਹਾਂ, ਪਰ ਇਹਨਾਂ ਦੇ ਵਿੱਚ ਮਿੱਠਾ ਫਲ ਅਸੀਂ ਸ਼ੁਰੂਆਤ ਤੋਂ ਹੀ ਬਹੁਤ ਪਸੰਦ ਕਰਦੇ ਹਾਂ। ਮਿੱਠਾ ਜਿਹੜਾ ਆ ਉਹਦੀ ਖਾਸੀਅਤ ਇਹ ਆ ਕਿ ਉਹ ਜਾ ਕੇ ਡੋਪਾਮੀਨ ਦੇ ਰਿਸੈਪਟਰਸ 'ਤੇ ਕੰਮ ਕਰਦਾ ਹੈ। ਸੋ ਡੋਪਾਮੀਨ ਦੇ ਰਿਸੈਪਟਰਸ ਜਿਹੜੇ ਬ੍ਰੇਨ ਦੇ ਵਿੱਚ, ਇਹ ਉਹੀ ਰਿਸੈਪਟਰਸ ਨੇ ਜਿਹੜੇ ਸਾਨੂੰ ਇੱਕ ਰਿਵਾਰਡ ਸਿਸਟਮ ਕਹਿੰਦੇ ਆ ਕਿ ਉਹ ਬਹੁਤ ਵਧੀਆ ਫੀਲ ਹੁੰਦਾ ਹੈ ਮਿੱਠਾ ਖਾ ਕੇ। ਇਹ ਉਹੀ ਸੈਂਟਰ ਆ ਜਿਹਦੇ ਵਿੱਚ ਬਹੁਤ ਸਾਰੇ ਨਸ਼ੇ ਕੰਮ ਕਰਦੇ ਨੇ। ਇਸੇ ਲਈ ਮਿੱਠਾ ਛੱਡਣਾ ਬਹੁਤ ਔਖਾ ਹੁੰਦਾ ਨਾ, ਔਰ ਅਸੀਂ ਮਿੱਠਾ ਖਾਣਾ ਵੀ ਪਸੰਦ ਕਰਦੇ ਹਾਂ। ਸੋ ਇਹਦੇ 'ਤੇ ਕੰਟਰੋਲ ਕਰਨਾ ਥੋੜ੍ਹਾ ਔਖਾ ਵੀ ਹੈ, ਬਟ ਕੀਤਾ ਜਾ ਸਕਦਾ ਹੈ। ਫਿਰ ਸਾਡਾ ਸਟਿਮੂਲਾਈ ਜਿਹੜੇ ਆ ਬਹੁਤ ਥੋੜ੍ਹੇ ਮਿੱਠੇ ਦੇ ਨਾਲ ਓਨਾ ਹੀ ਚੰਗਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਤੇ ਸ਼ੁਰੂਆਤ ਦੇ ਵਿੱਚ ਮਿੱਠਾ ਜ਼ਿਆਦਾ ਖਾਣ ਵਾਲਿਆਂ ਨੂੰ ਇਹ ਪ੍ਰੋਬਲਮਸ ਅਨੁਭਵ ਹੋ ਸਕਦੀਆਂ ਨੇ। ਮੈਂ ਗੱਲ ਕਰ ਰਿਹਾ ਸੀ ਕਿ ਫਰੂਟ ਜਿਹੜੇ ਨੇ ਉਹ ਇੱਕ ਬਹੁਤ ਜ਼ਿਆਦਾ ਵਧੀਆ ਇੱਕ ਸਾਡੇ ਕੋਲੋਂ ਆਪਸ਼ਨ ਨਹੀਂ ਹੈ
ਜਦ ਕਿ ਸਬਜ਼ੀਆਂ ਜਿਹੜੀਆਂ ਆ ਉਹ ਸਾਡੇ ਕੋਲ ਬਹੁਤ ਵਧੀਆ ਆਪਸ਼ਨਸ ਆ, ਕਿਉਂਕਿ ਫਰੂਟਸ ਤੇ ਸਬਜ਼ੀਆਂ ਦੇ ਵਿੱਚ ਅਪਰੋਕਸੀਮੇਟਲੀ ਸਭ ਕੁਝ ਸਿਮਿਲਰ ਹੈ। ਸਭ ਕੁਝ ਵਿਟਾਮਿਨਸ, ਮਿਨਰਲਸ, ਪੋਲੀਫੀਨੋਲਸ ਜਾਂ ਫਾਈਟੋਨਿਊਟ੍ਰੀਐਂਟਸ ਕਹਿੰਦੇ ਆ ਅਸੀਂ, ਜਾਂ ਅਸੀਂ ਫਾਈਬਰ ਦੀ ਗੱਲ ਕਰਦੇ ਹਾਂ, ਇਹ ਚੀਜ਼ਾਂ ਜਾਂ ਪੋਟਾਸ਼ੀਅਮ ਦੀ ਗੱਲ ਕਰਦੇ ਹਾਂ, ਇਹ ਚੀਜ਼ਾਂ ਸਾਨੂੰ ਸਬਜ਼ੀਆਂ ਦੇ ਵਿੱਚੋਂ ਵੀ ਮਿਲਦੀਆਂ ਨੇ, ਸਾਨੂੰ ਫਲਾਂ ਦੇ ਵਿੱਚੋਂ ਵੀ ਮਿਲਦੀਆਂ ਨੇ। ਜਿਹੜੇ ਫਲ ਨੇ ਉਹਨਾਂ ਦੇ ਵਿੱਚ ਸਾਨੂੰ ਐਕਸਟਰਾ ਕੀ ਮਿਲਦਾ, ਉਹ ਮਿੱਠਾ ਮਿਲਦਾ ਆ, ਉਹ ਖੰਡ ਮਿਲਦੀ ਆ, ਉਹ ਫਰਕਟੋਸ ਦੇ ਰੂਪ ਦੇ ਵਿੱਚ ਸਾਨੂੰ ਸ਼ੂਗਰ ਮਿਲਦੀ ਆ। ਸ਼ੂਗਰ ਦੇ ਕਈ ਰੂਪ ਨੇ। ਜੇ ਤੁਸੀਂ ਮਾਰਕੀਟ ਤੋਂ ਪਰਚੇਜ਼ ਕੀਤੀ ਹੋਈ ਕੋਈ ਵੀ ਆਰਟੀਫਿਸ਼ੀਅਲ ਫੂਡ, ਜਿਹਨੂੰ ਮੈਂ ਕਿ ਬਹੁਤ ਹੀ ਮਾੜਾ ਦ੍ਰਿਸ਼ਟੀਕੋਣ ਮੇਰਾ ਹੈਗਾ ਉਹਨਾਂ ਦੇ ਪ੍ਰਤੀ, ਜਿਹੜੇ ਕਿ ਫੈਕਟਰੀ ਮੇਡ ਖਾਣੇ ਨੇ, ਕਿਉਂਕਿ ਉਹਨਾਂ ਦੇ ਵਿੱਚ ਪੌਸ਼ਟਿਕ ਤੱਤ ਤਕਰੀਬਨ ਨਸ਼ਟ ਹੋ ਚੁੱਕੇ ਹੁੰਦੇ ਨੇ, ਅਤੇ ਉਹਨਾਂ 'ਤੇ ਜਿਹੜੇ ਹਾਈਲਾਈਟਡ ਲੇਬਲਸ ਹੁੰਦੇ ਨੇ ਉਹ ਸਿਰਫ ਇੱਕ ਔਪਚਾਰਿਕ ਤੌਰ 'ਤੇ ਕੀਤੇ ਜਾਂਦੇ ਨੇ, ਤੇ ਸਾਨੂੰ ਬੜੇ ਭੁਲੇਖੇ ਦੇ ਵਿੱਚ ਰੱਖਿਆ ਜਾਂਦਾ ਕਿ ਇਟ ਕਮਸ ਵਿਦ ਸਮ ਹੈਲਥ ਬੈਨੀਫਿਟਸ ਐਂਡ ਸੋ। ਇਸ ਕਰਕੇ ਅਸੀਂ ਜੇ ਉਹਨਾਂ ਤੋਂ ਵਧੀਆ ਚੀਜ਼ ਚੂਜ਼ ਕਰਨੀ ਆ, ਕੋਈ ਜਿਹਦੇ ਵਿੱਚ ਮਿੱਠਾ ਪਦਾਰਥ ਹੈ, ਤੇ ਅਸੀਂ ਜ਼ਰੂਰ ਫਰੂਟ ਚੂਜ਼ ਕਰਨਾ ਚਾਹੀਦਾ। ਮੰਨ ਲਓ ਕਿ ਇੱਕ ਬੰਦਾ ਉਹਨੇ 15-20 ਦਿਨ ਟੋਟਲੀ ਪਰਹੇਜ਼ ਕੀਤਾ ਕੋਈ ਵੀ ਨੈਚੁਰਲ ਜਾਂ ਅਨਨੈਚੁਰਲ ਮਿੱਠੇ ਤੋਂ, ਫਿਰ ਉਹ ਜੇ 2 ਫਲ ਖਾ ਵੀ ਲੈਂਦਾ ਹੈ ਤੇ ਉਹਦਾ ਕੋਈ ਨੁਕਸਾਨ ਨਹੀਂ, ਜੋ 2 ਸੇਬ ਖਾ ਵੀ ਲੈਂਦਾ ਹੈ। ਪਰ ਅਸੀਂ ਆਮ ਤੌਰ ਤੇ ਇਹ ਡੱਬ ਕੀਤਾ ਹੋਇਆ ਕਿ ਸੇਬ, ਸੰਤਰੇ, ਕੇਲੇ, ਅੰਬ ਇਹ ਚੀਜ਼ਾਂ ਬਹੁਤ ਹੀ ਵਧੀਆ ਨੇ, ਪਰ ਇੱਕ ਮਾਤਰਾ ਦੇ ਵਿੱਚ, ਇੱਕ ਸੀਮਤ ਸੀਮਾ ਦੇ ਵਿੱਚ ਇਹ ਬਹੁਤ ਵਧੀਆ ਨੇ। ਉਹ ਵੀ ਤਦ ਜੇ ਬੰਦਾ ਫਿਜ਼ੀਕਲੀ ਬਹੁਤ ਐਕਟਿਵ ਆ, ਉਹਨੂੰ ਕੋਈ ਸ਼ੂਗਰ ਨਹੀਂ ਹੈ, ਉਹਨੂੰ ਕੋਈ ਡਾਇਬਟੀਜ਼ ਨਹੀਂ ਹੈ, ਉਹਦਾ ਕੋਈ weight ਜ਼ਿਆਦਾ ਨਹੀਂ। ਪਰ ਜੇ ਤੁਸੀਂ weight ਨੂੰ ਲੂਜ਼ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਇਹ ਪਾਰਟੀਕੂਲਰਲੀ ਖਿਆਲ ਰੱਖਣਾ ਪਏਗਾ, ਔਰ ਇਹ ਮਸਟ ਆ ਕਿ ਤੁਸੀਂ ਫਲਾਂ ਤੋਂ ਵੀ ਪਰਹੇਜ਼ ਕਰਨਾ ਹੈ। ਯਾਨੀ ਕਿ ਮਿੱਠਾ ਦਾ ਮਤਲਬ ਸਿਰਫ ਇਹ ਨਹੀਂ ਹੈ ਕਿ ਤੁਸੀਂ ਸਿਰਫ ਵਾਈਟ ਸ਼ੂਗਰ ਤੋਂ ਹੀ ਪਰਹੇਜ਼ ਕਰਨਾ ਹੈ। ਤੁਸੀਂ ਉਸ ਤੋਂ ਇਲਾਵਾ ਸ਼ਹਿਦ ਤੋਂ ਜਾਂ ਸ਼ੱਕਰ ਤੋਂ ਜਾਂ ਗੁੜ ਤੋਂ ਜਾਂ ਕੋਈ ਵੀ ਆਰਟੀਫਿਸ਼ੀਅਲ ਸਵੀਟਨਰ ਜਿਹੜਾ ਆ, ਮੈਂ ਇਹ ਵੀ ਚਾਹੂੰਗਾ ਕਿ ਤੁਸੀਂ ਉਹਨੂੰ ਵੀ ਨਾ ਕੰਜ਼ਿਊਮ ਕਰੋ। ਇਹ ਸਾਰੀਆਂ ਚੀਜ਼ਾਂ ਜਿਹੜੀਆਂ, ਇਹ ਮੈਟਾਬੋਲਿਜ਼ਮ ਜਿਹੜਾ ਖਰਾਬ ਹੋ ਚੁੱਕਿਆ ਹੈ ਡਿਊ ਟੂ ਫਿਜ਼ੀਕਲ ਇਨਐਕਟਿਵਨੈਸ, ਡਿਊ ਟੂ ਓਵਰ ਕੰਜ਼ੰਪਸ਼ਨ ਆਫ ਕਾਰਬੋਹਾਈਡਰੇਟਸ, ਕਿ ਜ਼ਿਆਦਾ ਕਾਰਬੋਹਾਈਡਰੇਟਸ ਖਾ ਰਹੇ ਹਾਂ, ਤੇ ਉਸ ਨੂੰ ਸੈਂਟਰਲਾਈਜ਼ ਕਰਨ ਦੇ ਵਿੱਚ ਮਦਦ ਕਰੇਗਾ, ਉਹਨੂੰ ਠੀਕ ਕਰਨ ਦੇ ਵਿੱਚ, ਕਿ ਸਾਡੀ ਬੋਡੀ ਮੈਟਾਬੋਲਿਜ਼ਮ ਕੀ ਹੈ, ਕਿ ਸਾਡੀ ਬੋਡੀ ਕਿਸ ਤਰ੍ਹਾਂ ਕੰਜ਼ਿਊਮ ਕੀਤੇ ਹੋਏ ਪਦਾਰਥ ਨੂੰ, ਮੈਕਰੋਨਿਊਟ੍ਰੀਐਂਟਸ ਨੂੰ ਫਰਦਰ ਉਹਨੂੰ ਪ੍ਰੋਸੈਸ ਕਰਕੇ ਬੋਡੀ ਤੱਕ, ਉਸ ਹਿੱਸਿਆਂ ਤੱਕ ਪਹੁੰਚਾਉਂਦੀ ਹੈ ਜਿੱਥੇ ਉਹਨਾਂ ਦੀ ਲੋੜ ਹੈ। ਇਸ ਐਪੀਸੋਡ ਨੂੰ ਅਸੀਂ ਇੱਕ ਵਾਰ ਫਿਰ ਤੋਂ ਰੀਕੰਪਾਈਲ ਕਰਦੇ ਹਾਂ ਕਿ ਇਸ ਐਪੀਸੋਡ ਦਾ ਸਾਰ ਕੀ ਨਿਕਲਦਾ ਆ। ਕੁਝ ਪੇਸ਼ੈਂਟਸ, ਕੁਝ ਇੰਡੀਵਿਜੂਅਲਸ ਜਿਹੜੇ ਕਿ ਇਸ ਗੱਲ ਤੋਂ ਜਾਣੂ ਨੇ ਕਿ ਫਰੂਟਸ ਬਹੁਤ ਵਧੀਆ ਨੇ ਔਰ ਉਹਨਾਂ ਨੂੰ ਕੰਜ਼ਿਊਮ ਕਰਦੇ ਨੇ ਜ਼ਿਆਦਾ ਮਾਤਰਾ ਦੇ ਵਿੱਚ, ਉਹ ਇੱਕ ਗੱਲ ਨੂੰ ਜ਼ਰੂਰ ਸਮਝ ਲੈਣ ਕਿ ਉਹਨਾਂ ਦੇ ਵਿੱਚ ਮਿੱਠਾ, ਸ਼ੂਗਰ ਵੀ ਸ਼ੂਗਰ ਹੈ ਔਰ ਇਨਸੂਲਿਨ ਦੀ ਸਪਾਈਕ ਨੂੰ ਕ੍ਰੀਏਟ ਕਰੇਗੀ। ਯਾਨੀ ਕਿ ਮਿੱਠਾ ਬੇਸ਼ੱਕ ਸੋਰਸ ਉਹਦਾ ਸ਼ੂਗਰ, ਰਿਫਾਈਨਡ ਸ਼ੂਗਰ ਹੋਏ, ਗੁੜ ਹੋਏ, ਸ਼ਹਿਦ ਹੋਏ, ਫਰੂਟਸ ਹੋਣ, ਕੇਲੇ ਹੋਣ, ਸੇਬ ਹੋਣ, ਸੰਤਰੇ ਹੋਣ, ਉਹ ਇੱਕ ਤਰ੍ਹਾਂ ਦਾ ਉਹੀ ਇਫੈਕਟ ਕ੍ਰੀਏਟ ਕਰੇਗਾ ਫੈਟਸ ਦੇ ਅਕਮੂਲੇਸ਼ਨ ਦੇ ਵਿੱਚ ਔਰ ਇਨਸੂਲਿਨ ਦੀ ਸੀਕ੍ਰੇਸ਼ਨ ਦੇ ਵਿੱਚ। ਯਾਨੀ ਕਿ ਡਾਇਬਟਿਕਸ ਲਈ ਇਹ ਚੀਜ਼ਾਂ ਠੀਕ ਨਹੀਂ ਹਨ। ਜਾਂ ਕਿ ਜਿਹੜਾ ਬੰਦਾ ਵਧੇਰੇ ਭਾਰ ਨੂੰ ਨਾਰਮਲਾਈਜ਼ ਕਰਨਾ ਚਾਹੁੰਦਾ ਹੈ, ਉਹਦੇ ਲਈ ਇਹ ਫਰੂਟਾਂ ਵਾਲਾ ਕੰਜ਼ੰਪਸ਼ਨ, ਫਰੂਟਾਂ ਦੀ, ਉਹਨਾਂ ਦਾ ਵੀ ਮਿੱਠਾ ਜਿਹੜਾ ਆ ਉਹ ਸਿਹਤਮੰਦ ਨਹੀਂ ਆਪਸ਼ਨ। ਯਾਨੀ ਕਿ ਉਹ ਆਪਟ ਕੀ ਕਰਨ, ਬਹੁਤ ਵਾਰੀ ਇਹ ਸੋਚ ਕੇ ਪੇਸ਼ੈਂਟ ਬੜੇ ਹੈਰਾਨ ਹੋ ਜਾਂਦੇ ਨੇ ਕਿ ਸਾਨੂੰ ਡਾਕਟਰ ਫਰੂਟ ਖਾਣ ਤੋਂ ਵੀ ਮਨਾ ਕਰੀ ਜਾਣਦੇ ਆ, ਔਰ ਉਹਨਾਂ ਨੂੰ ਆਪਸ਼ਨ ਸਬਜ਼ੀਆਂ ਦੀ ਬਣ ਜਾਂਦੀ ਹੈ। ਸਬਜ਼ੀਆਂ ਦੇ ਵਿੱਚ ਸਾਰੇ ਹੀ ਤੱਤ ਉਹ ਹਨ ਜਿਹੜੇ ਕਿ ਸਾਨੂੰ ਮਿੱਠੇ ਫਲਾਂ ਦੇ ਵਿੱਚੋਂ ਮਿਲਦੇ ਨੇ, ਔਰ ਉਹਨਾਂ ਦੇ ਵਿੱਚ ਵੀ ਕੁਝ ਸਬਜ਼ੀਆਂ ਨੇ ਜਿਸ ਤਰ੍ਹਾਂ ਕਿ ਆਲੂ, ਜਿਨ੍ਹਾਂ ਦੇ ਵਿੱਚ ਕਾਰਬੋਹਾਈਡਰੇਟਸ ਬਹੁਤ ਜ਼ਿਆਦਾ ਨੇ, ਇਹ ਨਹੀਂ ਖਾਣੇ ਚਾਹੀਦੇ ਜੇ ਕੋਈ ਬੰਦਾ ਪਤਲਾ ਹੋਣ ਦੀ ਕੋਸ਼ਿਸ਼ ਕਰ ਰਿਹਾ, ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਮਲਾਈਟਸ ਹੈ। ਟਾਈਪ 1 ਡਾਇਬਟੀਜ਼ ਮਲਾਈਟਸ ਵਾਲਿਆਂ ਲਈ ਥੋੜ੍ਹੀ ਜਿਹੀ ਇੱਕ ਚੇਂਜ ਹੁੰਦੀ ਹੈ, ਉਹਦਾ ਤਰੀਕਾ ਕੁਝ ਹੋਰ ਆ ਉਹਨੂੰ ਮੈਨੇਜ ਕਰਨ ਦਾ, ਜਾਂ ਉਸ ਤਰ੍ਹਾਂ ਉਹਦੀ ਪੈਥੋਜੈਨੇਸਿਸ ਕੁਝ ਹੋਰ ਆ, ਉਹ ਕਿਸ ਤਰ੍ਹਾਂ ਹੁੰਦੀ ਹੈ। ਇਸ ਕਰਕੇ
ਟਾਈਪ 2 ਡਾਇਬਟੀਜ਼ ਵਾਲੇ ਬੰਦੇ ਨੂੰ ਤਾਂ ਮਿੱਠਾ ਟੋਟਲੀ ਬੰਦ ਕਰ ਦੇਣਾ ਚਾਹੀਦਾ। ਬਾਕੀ ਮੋਟੇ ਬੰਦੇ ਨੂੰ ਜਿਹੜਾ ਕਿ ਫੈਟਸ ਨੂੰ ਡਿਕਰੀਜ਼ ਕਰਨ ਦਾ ਐਸਪੀਰੈਂਟ ਹੈਗਾ ਆ, ਉਹ ਵੀ ਫਰੂਟਸ ਵਾਲਾ ਮਿੱਠਾ ਟੋਟਲੀ ਬੰਦ ਕਰ ਦੇਣਾ ਚਾਹੀਦਾ। ਜੇ ਕਿਸੇ ਨੂੰ ਕੋਈ ਡਾਊਟ ਹੈ ਕਿ ਕਿਹੜੀਆਂ ਚੀਜ਼ਾਂ ਕੀ ਇਹ ਮੇਰੇ ਲਈ ਚੰਗੀ ਹੈ, ਕਿ ਉਹ ਉਹਦਾ ਦੇਖੇ ਕਿ ਕਿੰਨੇ ਕਾਰਬੋਹਾਈਡਰੇਟਸ ਆ, ਕੀ ਉਹਦੇ 'ਚ ਸ਼ੂਗਰ ਹੈ, ਫਰਕਟੋਸ ਹੈ, ਲੈਕਟੋਸ ਹੈ, ਸੁਕਰੋਸ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ, ਜਾਂ ਨਵੇਂ ਤਰੀਕਿਆਂ ਦੇ ਨਾਲ ਖੰਡ ਦੇ ਜਾਂ ਮਿੱਠੇ ਦੇ ਰੂਪ ਆ ਰਹੇ ਨੇ। ਕਈ ਵਾਰ ਕੰਪਨੀਜ਼ ਜਿਹੜੀਆਂ ਆ, ਜਿਵੇਂ ਕਿ ਮੈਂ ਗੱਲ ਕੀਤੀ ਕਿ ਪੈਕਟਾਂ ਵਾਲਾ ਫੂਡ, ਫੈਕਟਰੀ ਮੇਡ ਫੂਡ, ਉਹਨਾਂ ਦੇ ਵਿੱਚ ਮਾਲਟੋਡੈਕਸਟ੍ਰੋਸ ਲਿਖਿਆ ਹੁੰਦਾ ਆ, ਜਾਂ ਕਿ ਉਹਨਾਂ ਦੇ ਵਿੱਚ ਸੈਕਰੀਨ ਲਿਖਿਆ ਹੋਏਗਾ, ਜਾਂ ਕਿ ਉਹਨਾਂ ਦੇ ਵਿੱਚ ਹੋਰ ਹਾਈ ਫਰਕਟੋਸ ਕੌਰਨ ਸਿਰਪ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਨ੍ਹਾਂ ਦਾ ਮਤਲਬ ਖੰਡ ਹੀ ਹੈ। ਪਰ ਇੱਕ ਲੇਮੈਨ ਬੰਦੇ ਨੂੰ ਉਹ ਨਹੀਂ ਪਤਾ ਲੱਗਦਾ ਕਿ ਮਤਲਬ ਇਹ ਸ਼ੂਗਰ ਹੈ ਕਿ ਨਹੀਂ ਹੈ। ਉਹ ਲੈਵਲ ਪੜੇਗਾ ਔਰ ਕਹੇਗਾ ਵੀ ਇਹਦੇ ਵਿੱਚ ਸ਼ੂਗਰ ਫ੍ਰੀ ਹੈ, ਕੋਈ ਗੱਲ ਨਹੀਂ, ਤੇ ਇਹ ਸਾਨੂੰ ਕੋਈ ਵੀ ਨੁਕਸਾਨ ਨਹੀਂ ਕਰੇਗੀ, ਜਦ ਕਿ ਉਹ ਬਿਲਕੁਲ ਬਹੁਤ ਹੀ ਜ਼ਿਆਦਾ ਮੋਟਾ ਬੰਦੇ ਨੂੰ ਕਰੇਗੀ ਬਹੁਤ ਹੀ ਜਲਦੀ। ਔਰ ਇਸੇ ਤਰ੍ਹਾਂ ਜਿਹੜੀ ਅਸੀਂ ਸੌਸ ਯੂਜ਼ ਕਰਦੇ ਹਾਂ, ਜਿਹੜੀ ਕਿ ਅਸੀਂ ਸੌਸ ਟੋਮੈਟੋ ਸੌਸ ਯੂਜ਼ ਕਰਦੇ ਹਾਂ, ਉਹਦੇ ਵਿੱਚ ਵੀ ਲੈਵਲ ਵਿੱਚ ਦੇਖੋਗੇ ਤਾਂ ਕਾਫੀ ਸਾਰਾ ਮਿੱਠਾ ਹੁੰਦਾ ਹੈ, ਐਡਡ ਸ਼ੂਗਰ ਹੁੰਦੀ ਹੈ। ਇਸ ਦਾ ਮਤਲਬ ਇਹ ਹੈ ਕਿ ਤੁਸੀਂ ਜਿਹੜੀ ਸੌਸ ਆ ਉਹ ਵੀ ਨਹੀਂ ਖਾਣੀ। ਮਤਲਬ ਇਹ ਮੈਂ ਇਸ ਲਈ ਨਹੀਂ ਕਹਿ ਰਿਹਾ ਕਿ ਉਹਨਾਂ ਦੀ ਕੈਲਰੀਜ਼ ਜਿਹੜੀਆਂ ਆ ਉਹਨਾਂ ਦੇ ਕੰਟੈਕਸਟ ਦੇ ਵਿੱਚ ਘੱਟ ਕਹਿ ਰਿਹਾ ਆ, ਬਟ ਉਹਨਾਂ ਦਾ ਜਿਹੜਾ ਮੈਟਾਬੋਲਿਜ਼ਮ ਆ, ਕਿਉਂਕਿ ਜਦੋਂ ਮੈਟਾਬੋਲਾਈਜ਼ ਹੋਣਾ ਹੈ ਤੇ ਇਨਸੂਲਿਨ ਜ਼ਿਆਦਾ ਸਿਕਰੀਟ ਕਰਨਾ ਪੈਣਾ, ਤਾਂ ਕਿ ਇਨਸੂਲਿਨ ਜਿਹੜਾ ਉਹਨਾਂ ਨੂੰ ਸੈਲਸ ਦੇ ਵਿੱਚ ਉਹਨਾਂ ਨੂੰ ਯੂਟਿਲਾਈਜ਼ ਕਰਨ ਦੇ ਵਿੱਚ ਮਦਦ ਕਰੇ। ਉਸ ਪੁਆਇੰਟ ਆਫ ਵਿਊ ਨਾਲ ਕਹਿ ਰਹੇ ਹਾਂ। ਹੁਣ ਕੀ ਆ ਕਿ ਫਰੂਟਸ ਨਹੀਂ ਖਾਣੇ ਚਾਹੀਦੇ। ਮੇਰਾ ਮਤਲਬ ਇਹ ਹੈ ਕਿ ਫਰੂਟਸ ਦੇ ਵਿੱਚ ਕਿਹੜੀ ਚੀਜ਼ ਹੈ ਕਿ ਜਿਹਦੇ ਕਰਕੇ ਸਾਨੂੰ ਫਰੂਟਸ ਹੈਲਦੀ ਅਸੀਂ ਸਮਝਦੇ ਹਾਂ, ਉਹ ਹੈ ਕਿ ਉਹਦੇ ਵਿੱਚ ਫਾਈਬਰਸ ਹੁੰਦੇ ਨੇ, ਹੋਰ ਵੀ ਕਈ ਤੱਤ ਹੁੰਦੇ ਨੇ, ਮਿਨਰਲਸ ਹੁੰਦੇ, ਵਾਈਟਾਮਿਨਸ ਹੁੰਦੇ ਨੇ। ਉਹ ਸੇਮ ਚੀਜ਼ਾਂ ਸਾਨੂੰ ਸਬਜ਼ੀਆਂ ਤੋਂ ਮਿਲ ਸਕਦੀਆਂ ਨੇ, ਤੇ ਕਿਉਂ ਅਸੀਂ ਉਹ ਵਾਲੀ ਚੀਜ਼ ਆਪਟ ਕਰੀਏ। ਇਹਦੇ ਨਾਲ ਮੈਂ ਗੱਲ ਕਰਾਂਗਾ ਸਪੈਸ਼ਲ ਕੇਸਿਸ ਦੀ। ਸਪੈਸ਼ਲ ਕੇਸਿਸ ਯਾਨੀ ਕਿ ਉਹ ਇੰਡੀਵਿਜੂਅਲਸ ਜਿਹੜੇ ਤੰਦਰੁਸਤ ਨੇ, ਜਿਨ੍ਹਾਂ ਦਾ ਬਾਡੀ ਵੇਟ ਵੀ ਚੰਗਾ ਆ, ਪਰ ਉਹ ਐਥਲੈਟਿਕ ਪਰਫਾਰਮੈਂਸ ਦੇ ਵਿੱਚ ਕੁਝ ਅਚੀਵਮੈਂਟਸ ਕਰਨਾ ਚਾਹੁੰਦੇ ਨੇ, ਉਹ ਬਾਡੀ ਗਰੋਥ ਦੇ ਵਿੱਚ, ਬਾਡੀ ਬਿਲਡਿੰਗ ਦੇ ਵਿੱਚ ਕੁਝ ਅਚੀਵਮੈਂਟਸ ਕਰਨਾ ਚਾਹੁੰਦੇ ਨੇ। ਸੋ ਉਹਨਾਂ ਲਈ ਵੀ ਮਿੱਠਾ ਜਿਹੜਾ ਉਹ ਰਿਕਮੈਂਡਡ ਨਹੀਂ ਹੈ। ਮੀਨਸ ਕਿ ਬੇਸ਼ੱਕ ਪੇਸ਼ੈਂਟ ਮੈਟਾਬੋਲਿਕਲੀ ਅਨਹੈਲਦੀ ਹੋਏ, ਬੇਸ਼ੱਕ ਉਹਨਾਂ ਨੂੰ ਕੋਈ ਬਿਮਾਰੀਆਂ ਹੋਣ, ਉਹਨਾਂ ਨੂੰ ਵੀ ਸ਼ੂਗਰ ਜਿਹੜੀ ਇਨਟੇਕ ਆ ਉਹ ਬੰਦ ਕਰਨੀ ਚਾਹੀਦੀ ਹੈ, ਟੋਟਲੀ ਬੰਦ ਕਰਨੀ ਚਾਹੀਦੀ ਹੈ। ਅਤੇ ਜੇ ਕੋਈ ਐਥਲੈਟਿਕ ਇੰਡਿਓਰੈਂਸ ਕਰਨੀ ਚਾਹੁੰਦਾ, ਐਥਲੈਟਿਕ ਅਚੀਵਮੈਂਟਸ ਕਰਨੀਆਂ ਚਾਹੁੰਦਾ, ਆਪਣੀ ਬਾਡੀ ਬਿਲਡ ਕਰਨੀ ਚਾਹੁੰਦਾ, ਉਹਨਾਂ ਨੂੰ ਵੀ ਇਹ ਚੀਜ਼ ਇੱਕ ਐਕਸਟਰਾ ਐਜ ਦੇਵੇਗੀ। ਇੱਕ ਐਕਸਟਰਾ ਐਜ ਮੀਨਸ ਕਿ ਜੇ ਤੁਸੀਂ ਸਪੋਰਟਸਮੈਨ ਹੋ, ਸਪੋਰਟਸ ਪਰਸਨ ਹੋ, ਅਤੇ ਇੱਕ ਬੰਦਾ ਹੋਰ ਸਪੋਰਟਸ ਪਰਸਨ ਆ, ਉਹ ਸਿਮੀਲਰ, ਸਾਰੀਆਂ ਉਹਦੀਆਂ ਸਿਮੀਲਰ ਐਕਟੀਵਿਟੀਜ਼ ਆ, ਬਟ ਇੱਕ ਬੰਦਾ ਮਿੱਠਾ ਖਾਂਦਾ, ਇੱਕ ਬੰਦਾ ਨਹੀਂ ਖਾਂਦਾ, ਤਾਂ ਡੈਫੀਨੇਟਲੀ ਜਿਹੜਾ ਬੰਦਾ ਸ਼ੂਗਰ ਇਨਟੇਕ ਜਿਹੜਾ ਹੈ ਉੱਤੇ ਚੈੱਕ ਰੱਖ ਰਿਹਾ ਆ, ਉਹਨੂੰ ਇੱਕ ਹਾਇਰ ਐਜ ਮਿਲੇਗਾ। ਕਿਉਂਕਿ ਸ਼ੂਗਰ ਇਨਟੇਕ ਜਿਹੜੀ ਆ ਇਹ ਵੈਲ ਨੋਨ ਆ ਇਨਫਲਾਮੇਸ਼ਨ ਨੂੰ ਵਧਾਉਣ ਦੇ ਵਿੱਚ। ਇਹ ਇਨਫਲਾਮੇਸ਼ਨ ਜਿਹੜੀ ਆ, ਇਹ ਮੈਂ ਕ੍ਰੋਨਿਕ ਇਨਫਲਾਮੇਸ਼ਨ ਦੀ ਗੱਲ ਕਰ ਰਿਹਾ। ਕਹਿਣ ਦਾ ਮਤਲਬ ਕਿ ਤੁਹਾਡੀ ਰਿਕਵਰੀ ਪ੍ਰੋਸੈਸ ਦੇ ਵਿੱਚ ਡਿਲੇ ਹੋਏਗਾ। ਸੋ ਇਹ ਇਸ ਤਰੀਕੇ ਦੇ ਨਾਲ ਅਸੀਂ ਇਹਨੂੰ ਸਮਝ ਸਕਦੇ ਹਾਂ ਕਿ ਇਹ ਕਿੰਨਾ ਮਾੜਾ ਆ ਮਿੱਠੇ ਦਾ ਕੰਜ਼ੰਪਸ਼ਨ, ਜਿਹੜੇ ਕਿ ਬਹੁਤ ਹੀ ਐਕਸਟ੍ਰੀਮਲੀ ਹੈਲਦੀ ਇੰਡੀਵਿਜੂਅਲਸ ਆ ਉਹਨਾਂ ਲਈ ਵੀ, ਔਰ ਜਿਹੜੇ ਕਿ ਕਿਸੇ ਨਾ ਕਿਸੇ ਪ੍ਰੋਬਲਮਸ, ਕਿਸੇ ਨਾ ਕਿਸੇ ਬਿਮਾਰੀ ਤੋਂ ਜੂਝ ਰਹੇ ਨੇ ਜਾਂ ਮੋਟਾਪੇ ਤੋਂ ਜੂਝ ਰਹੇ ਨੇ, ਉਹਨਾਂ ਲਈ ਵੀ ਇਹ ਕਿੰਨਾ ਜ਼ਿਆਦਾ ਬੁਰੀ ਚੀਜ਼ ਹੈ। ਤਾਂ ਮੈਂ ਰਿਕੰਪਾਈਲ ਇਹ ਕਰਾਂਗਾ, ਇਹਨੂੰ ਇੱਕ ਸਮਰੀ ਇਹ ਕ੍ਰੀਏਟ ਕਰਾਂਗਾ ਇਸ ਐਪੀਸੋਡ ਦੀ, ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਸਿਰਫ ਇਹਨੂੰ ਖਿਆਲ ਰੱਖੋ ਕਿ ਜਿਹੜੀ ਚੀਜ਼ ਦਾ ਸਵਾਦ ਤੁਹਾਨੂੰ ਟੇਸਟ ਜ਼ੁਬਾਨ 'ਤੇ ਮਿੱਠਾ ਆਉਂਦਾ ਹੈ, ਉਹ ਚੀਜ਼ ਮਾੜੀ ਹੈ। ਵਨਸ ਏ ਵਾਈਲ ਖਾ ਲਓ ਕੋਈ ਨਹੀਂ, ਬਟ ਉਹ ਚੀਜ਼ ਮਾੜੀ ਹੈ। ਫਿਰ ਉਹਨਾਂ ਦੇ ਵਿੱਚੋਂ ਜੇ ਤੁਹਾਡਾ ਕਦੀ ਕਦਾਈ ਦਿਲ ਕਰਦਾ, ਤਾਂ ਅਸੀਂ ਉਹ ਫਰੂਟਸ ਦੀ ਆਪਟ ਕਰ ਸਕਦੇ ਹਾਂ ਜਿਨ੍ਹਾਂ ਦੇ ਵਿੱਚ ਮਿੱਠਾ ਘੱਟ ਆ, ਕਾਰਬੋਹਾਈਡਰੇਟਸ ਘੱਟ ਆ। ਉਹਨਾਂ ਦੇ ਵਿੱਚ ਬੈਰੀਜ਼ ਆਉਂਦੀਆਂ ਨੇ, ਉਹਨਾਂ ਦੇ ਵਿੱਚ ਪਪੀਤਾ ਵਗੈਰਾ ਆਉਂਦੇ ਨੇ, ਜਿਹੜੇ ਫਰੂਟਸ ਦੀ ਮੈਂ ਗੱਲ ਕਰ ਰਿਹਾ। ਫਿਰ ਡਰਾਈ ਫਰੂਟਸ ਵਗੈਰਾ ਕੰਜ਼ਿਊਮ ਕਰ ਸਕਦੇ ਹਾਂ। ਡਰਾਈ ਫਰੂਟਸ ਦੇ ਵਿੱਚ ਵੀ ਤੁਸੀਂ ਕਿਸ਼ਮਿਸ਼, ਸੌਗੀ ਜਾਂ ਡੇਟਸ, ਜਿਨ੍ਹਾਂ ਨੂੰ ਅਸੀਂ ਖਜੂਰਾਂ ਕਹਿੰਦੇ ਹਾਂ, ਇਹ ਨਹੀਂ ਕੰਜ਼ਿਊਮ ਕਰਨੀਆਂ, ਬਿਲਕੁਲ ਪਿਓਰ ਮਿੱਠਾ ਨੇ। ਹਾਂ, ਜੇ ਤੁਸੀਂ ਕਿਸੇ ਸਪੈਸ਼ਲ ਡਾਈਟ ਦੇ ਆਧਾਰ 'ਤੇ ਇਹਨੂੰ ਕਰਨਾ ਚਾਹੁੰਦੇ ਹੋ, ਐਥਲੈਟਿਕ ਪਰਫਾਰਮੈਂਸ ਦੇ ਆਧਾਰ 'ਤੇ, ਜਿਹਨੂੰ ਅਸੀਂ ਕਿ
ਕਿੰਨੇ ਨੇ ਕਾਰਬੋਹਾਈਡਰੇਟ ਲੋਡਿੰਗ ਜਾਂ ਕਾਰਬ ਲੋਡਿੰਗ ਕਹਿ ਦਿੰਦੇ ਨੇ। ਅਸੀਂ ਕੁਝ ਗਲਾਈਕੋਜਨ ਜਿਹੜਾ ਆਪਣੇ ਲਿਵਰ ਦੇ ਉੱਤੇ ਅਕਮੂਲੇਟ ਕਰਨਾ ਹੁੰਦਾ ਤਾਂ ਕਿ ਜੇ ਸਾਨੂੰ ਐਮਰਜੈਂਸੀ ਪੈਂਦੀ, ਮੀਨਸ ਕਿ ਅਸੀਂ ਜਦੋਂ ਹਾਈ ਪਰਫੋਰਮੈਂਸ ਐਥਲੈਟਿਕ ਐਕਟੀਵਿਟੀ ਦੇ ਵਿੱਚ ਹੁੰਦੇ ਆ, ਸਾਨੂੰ ਇੱਕ ਐਕਸਟਰਾ ਐਜ ਦੀ ਵੀ ਲੋੜ ਹੁੰਦੀ ਹੈ ਕਿ ਸਾਡੇ ਕੋਲ ਐਨਰਜੀ ਦਾ ਸਰੋਤ ਹੋਵੇ। ਸੋ ਗਲਾਈਕੋਜਨ ਦੇ ਰੂਪ ਦੇ ਵਿੱਚ ਜਦੋਂ ਜਿਹੜੀ ਅਸੀਂ ਕਾਰਬੋਹਾਈਡਰੇਟ ਕੰਜ਼ਿਊਮ ਕਰਦੇ ਹਾਂ ਉਹ ਸਾਡੇ ਲਿਵਰ ਦੇ ਉੱਤੇ ਅਕਮੂਲੇਟ ਕਰਦੇ ਆ, ਔਰ ਜਦੋਂ ਅਸੀਂ ਪਰਫਾਰਮ ਕਰ ਰਹੇ ਹੁੰਦੇ ਇਨ ਦਾ ਫੀਲਡ ਹੁੰਦੇ ਆ, ਉਹ ਵਾਲੀ ਜਿਹੜੀ ਗਲਾਈਕੋਜਨ ਆ ਉਹ ਸਾਨੂੰ ਲਿਵਰ ਦੇ ਉੱਤੇ ਜਿਹੜੀ ਜਮ੍ਹਾਂ ਹੋਈ ਹੁੰਦੀ ਉਹ ਸਾਨੂੰ ਐਜ਼ ਏ ਗਲੂਕੋਜ਼ ਸਾਨੂੰ ਮਦਦ ਕਰਦੀ ਆ ਉਸ ਵੇਲੇ। ਬਟ ਨਾਟ ਇਨ ਅ ਰੈਗੂਲਰ ਟਰਮ, ਕਿ ਅਸੀਂ ਡੇਲੀ ਨਹੀਂ ਖਾਣਾ ਹੁੰਦਾ, ਕਿ ਉਹ ਇੱਕ ਸਪੈਸੀਫਿਕ ਇੱਕ ਪਰਫੋਰਮੈਂਸ ਐਨਹਾਂਸਿੰਗ ਇੱਕ ਡਾਈਟਰੀ ਕੈਲੋ ਟ੍ਰਿਕ ਹੈ, ਇੱਕ ਡਾਈਟਰੀ ਹੈਕ ਆ। ਕਹਿਣ ਦਾ ਮਤਲਬ ਇਹ ਹੈ ਕਿ ਇਹ ਆ ਜਾਂਦੀਆਂ ਇਹਦੀਆਂ ਅੱਗੇ ਡਾਇਮੈਂਸ਼ਨਸ ਕਿ ਅਸੀਂ ਕਾਰਬੋਹਾਈਡਰੇਟਸ ਨੂੰ ਖਾਣ ਲਈ ਕਿੱਦਾਂ ਯੂਜ਼ ਕੀਤਾ ਜਾ ਸਕਦਾ। ਬਟ ਜਦੋਂ ਅਸੀਂ ਨਾਰਮਲ ਵੇਟ ਲਾਸ ਦੀ ਗੱਲ ਕਰਦੇ ਹਾਂ, ਵੇਟ ਨੂੰ ਮੈਨੇਜ ਕਰਨ ਦੀ ਗੱਲ ਕਰਦੇ ਹਾਂ, ਮੈਟਾਬੋਲਿਕ ਡਿਸਆਰਡਰਸ ਨੂੰ ਰਿਵਰਸ ਕਰਨ ਦੀ ਗੱਲ ਕਰਦੇ ਹਾਂ, ਤੇ ਡੈਫੀਨੇਟਲੀ ਜਿਹੜਾ ਕਾਰਬੋਹਾਈਡਰੇਟਸ ਨੇ ਦੇ ਸ਼ੁੱਡ ਬੀ ਲੈਸ ਦੈਨ 100 grams per day or maximum up to 150 grams per day in a 24 hours window. You should calculate the carbohydrates whenever you consume any food. You check the carbohydrates. So I have consumed this much of carbohydrates, these many grams of carbohydrates, and then you go on for next this episode of meal or something you want to eat. So go on and check whether you are consuming how many grams of carbohydrates. So that should not be more than 150 is the max, or it should be less than 100, or if you are so much beautiful to pursue your dreams, it should be less than 50 grams of carbohydrates in a 24-hour span of time. धन्यवाद।